ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਮੇਰਾ ਨਾਮ ਰਣਜੀਤ ਕੌਰ ਹੈ, IPP ਨੰਬਰ 15158 ਫਿਰੋਜ਼ਪੁਰ ਤੋਂ ਜੀ। ਜੀ, ਮੈਂ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਮੇਰੇ ਜਪਜੀ ਸਾਹਿਬ ਸ਼੍ਰੀ ਸਹਿਜ ਪਾਠ ਸਾਹਿਬ ਦੇ ਕੁਝ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ, ਤੇ ਉਸ ਤੋਂ ਬਾਅਦ ਮੇਰੀ ਲਾਈਫ ਵਿੱਚ ਜੋ ਪ੍ਰੋਬਲਮਸ ਆਈਆਂ, ਪਰਮਾਤਮਾ ਨੇ ਉਹਨਾਂ ਦਾ ਹੱਲ ਕਿਵੇਂ ਕੀਤਾ, ਇਹ ਸਾਰੀਆਂ ਗੱਲਾਂ ਸ਼ੇਅਰ ਕਰਨਾ ਚਾਹੁੰਦੀ ਹਾਂ ਜੀ। ਜੀ, ਮੈਂ ਪਹਿਲਾਂ ਸ਼ੁਰੂ ਕਰਾਂਗੀ ਜੀ। ਜਦੋਂ ਮੈਂ 10ਵੀਂ ਕਲਾਸ ਵਿੱਚ ਸੀ, ਉਦੋਂ ਦੀ ਗੱਲ ਹੈ। ਉਦੋਂ ਮੇਰੇ ਪਾਪਾ ਬਹੁਤ ਬਿਮਾਰ ਰਹਿੰਦੇ ਸੀਗੇ, ਤੇ ਘਰ ਅਸੀਂ ਚਾਰੋਂ ਭੈਣ ਭਰਾ ਸਟੱਡੀ ਕਰਦੇ ਸੀਗੇ, ਤੇ ਸਰਕਾਰੀ ਸਕੂਲ ਵਿੱਚ ਕੀਤੀ ਹੈ ਜੀ ਚਾਰਾਂ ਨੇ। ਤੇ ਉਸ ਤੋਂ ਬਾਅਦ ਅੱਗੇ ਸਟੱਡੀ ਕਰਨ ਵਾਸਤੇ ਸਾਡੇ ਪਿੰਡ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਇੱਕ ਸਕੂਲ ਸੀਗਾ, ਗਰਲ ਸਕੂਲ। ਉੱਥੇ ਜਾਣਾ ਸੀਗਾ, ਤੇ ਉੱਥੇ ਜਾਣ ਵਾਸਤੇ ਵੈਨ ਦਾ ਕਿਰਾਇਆ, ਬਾਕੀ ਉੱਥੋਂ ਦੀ ਫੀਸ, ਸਾਰਾ ਕੁਛ ਬਹੁਤ ਜ਼ਿਆਦਾ ਸੀਗਾ, ਜੋ ਹੈਂਡਲ ਨਹੀਂ ਸੀ ਕਰ ਸਕਦੀ ਫੈਮਿਲੀ। ਤੇ ਪਾਪਾ ਇੰਨੇ ਜ਼ਿਆਦਾ ਬਿਮਾਰ ਰਹਿੰਦੇ ਸੀ ਕਿ ਉਹ 3-4 ਮਹੀਨੇ ਉਦੋਂ ਬੈੱਡ ਤੇ ਸੀਗੇ। ਤੇ ਉਹਨਾਂ ਨਾਲ ਜਦੋਂ ਵੀ ਗੱਲ ਹੁੰਦੀ ਸੀਗੀ, ਜਦੋਂ 10th ਵਿੱਚ ਸੀ, ਡੈਡੀ ਉਦੋਂ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਨਹੀਂ, ਮੈਂ ਨਹੀਂ ਪੜ੍ਹਾ ਸਕਦਾ, ਜਾਂ ਮੈਂ ਤੁਹਾਡਾ ਖਰਚਾ ਚੱਕ ਸਕਦਾ ਚਾਰਾਂ ਭੈਣ ਭਰਾਵਾਂ ਦਾ, ਤੇ ਜਾਂ ਫਿਰ ਮੈਂ ਤੁਹਾਡੀ ਸਟੱਡੀ ਦਾ ਚੱਕ ਸਕਣਾ, ਜਾਂ ਘਰ ਚਲਾ ਸਕਣਾ। ਅਸੀਂ 8 ਫੈਮਿਲੀ ਮੈਂਬਰ ਸੀਗੇ, ਤੇ ਪਾਪਾ ਇਕੱਲੇ ਕਮਾਉਣ ਵਾਲੇ ਸੀਗੇ, ਤੇ ਬਿਮਾਰ ਵੀ ਕਾਫੀ ਰਹਿੰਦੇ ਸੀ। ਉਹਨਾਂ ਨੂੰ 15-16 ਸਾਲ ਪੁਰਾਣੀ ਸਾਹ ਦੀ ਪ੍ਰੋਬਲਮ ਹੈ, ਹਾਲੇ ਵੀ ਹੈ। ਤੇ ਉਹਨਾਂ ਦਾ ਹਮੇਸ਼ਾ ਇੱਕ ਹੀ ਜਵਾਬ ਹੁੰਦਾ ਸੀਗਾ। ਬਹੁਤ ਵਾਰੀ ਗੱਲ ਹੋਈ, ਹਮੇਸ਼ਾ ਇੱਕ ਹੀ ਜਵਾਬ ਹੁੰਦਾ ਸੀਗਾ। ਉਸ ਤੋਂ ਬਾਅਦ 10th ਕਲਾਸ ਵਿੱਚ ਫਿਰ ਕੋਈ ਰਾਹ ਨਹੀਂ ਦਿਸਿਆ ਕਿ ਸ਼ਾਇਦ ਅਸੀਂ ਪੜ੍ਹ ਪਾਵਾਂਗੇ, ਕੋਈ ਉਮੀਦ ਨਹੀਂ ਸੀ ਹੈਗੀ ਕਿ +2 ਵੀ ਕਰ ਪਾਵਾਂਗੇ। ਤੇ ਉਸ ਤੋਂ ਬਾਅਦ ਪ੍ਰਮਾਤਮਾ ਅੱਗੇ ਹਮੇਸ਼ਾ ਹੀ ਅਰਦਾਸ ਹੁੰਦੀ ਸੀ। ਉਦੋਂ ਮੈਂ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਹਮੇਸ਼ਾ ਰੋਜ਼ ਕਰਦੀ ਹੁੰਦੀ ਸੀ, ਤੇ ਸ਼ਾਮ ਸਵੇਰ ਇੱਕੋ ਹੀ ਅਰਦਾਸ ਕਰਨੀ ਕਿ ਪ੍ਰਮਾਤਮਾ ਜਿਵੇਂ ਮਰਜ਼ੀ ਕਰੋ, ਜੋ ਮਰਜ਼ੀ ਕਰੋ, ਮੈਨੂੰ ਨਹੀਂ ਪਤਾ, ਮੈਂ ਤਾਂ ਅੱਗੇ ਪੜ੍ਹਨਾ ਹੀ ਪੜ੍ਹਨਾ ਹੈ, ਜੋ ਮਰਜ਼ੀ ਕਰੋ, ਕੋਈ ਵੀ ਰਾਹ ਬਣਾਓ, ਪਰ ਮੈਂ ਘਰੇ ਨਹੀਂ ਬੈਠਣਾ ਚਾਹੁੰਦੀ। ਫਿਰ ਉਹਨਾਂ ਨੇ ਪਤਾ ਨਹੀਂ ਕੀ ਕਿਸ ਟਾਈਮ ਮੇਰੀ ਅਰਦਾਸ ਸੁਣ ਲਈ, ਤੇ ਫਿਰ ਸਾਡੇ ਸਕੂਲ 6 ਮਹੀਨੇ ਹਾਲੇ 10th ਦੇ ਬਾਕੀ ਸੀ, ਸਾਡੇ ਨਿਊ ਹੈਡ ਮਿਸਟਰਸ ਆਏ, ਤੇ ਉਹਨਾਂ ਨਾਲ ਕਾਫੀ ਸਾਂਝ ਪੈ ਗਈ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਤੇ ਉਹਨਾਂ ਨੇ ਇੱਕ ਦਿਨ ਮੈਨੂੰ ਕਿਹਾ ਕਿ ਬੱਚੇ, ਜੇ ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਹੋਵੇ, ਤੁਸੀਂ ਮੇਰੇ ਨਾਲ ਹਰ ਗੱਲ ਸ਼ੇਅਰ ਕਰਨੀ ਹੈ, ਜੋ ਵੀ ਤੁਹਾਨੂੰ ਸਟੱਡੀ ਪੱਖੋਂ ਜੇ ਕੋਈ ਲੋੜ ਹੁੰਦੀ ਹੈ, ਤੁਸੀਂ ਮੇਰੇ ਨਾਲ ਕਰਨੀ। ਫਿਰ ਇੱਕ ਦਿਨ ਜਦੋਂ ਪੇਪਰ ਨੇੜੇ ਆ ਗਏ, ਮੈਂ ਇੱਕ ਦਿਨ ਸੋਚਿਆ ਚਲੋ ਮੈਮ ਨਾਲ ਇੱਕ ਵਾਰੀ ਗੱਲ ਕਰਦੀ ਹਾਂ। ਮੈਂ ਉਹਨਾਂ ਨਾਲ ਗੱਲ ਕੀਤੀ, ਤੇ ਮੈਮ ਨੇ ਬੜੇ ਪਿਆਰ ਨਾਲ ਗੱਲ ਸੁਣੀ, ਗੱਲ ਮੇਰੇ ਨਾਲ ਕੀਤੀ। ਮੈਂ ਮੈਮ ਨੂੰ ਕਿਹਾ ਕਿ ਮੈਮ, ਮੇਰੇ ਘਰ ਦੇ ਅੱਗੇ ਪੜ੍ਹਾ ਨਹੀਂ ਸਕਦੇ, ਡੈਡੀ ਕਾਫੀ ਬਿਮਾਰ ਰਹਿੰਦੇ ਨੇ, ਤੇ ਘਰ ਦਾ ਖਰਚਾ ਹੀ ਮਸਾਂ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਤੇ ਫਿਰ ਮੈਮ ਨੇ ਕਿਹਾ ਕਿ ਚਲੋ ਠੀਕ ਹੈ, ਮੈਂ ਤੁਹਾਡੀ +1 +2 ਦੀ ਸਾਰੀ ਸਟੱਡੀ ਮੈਂ ਕਰਵਾਵਾਂਗੀ, ਸਾਰੀ ਤੁਹਾਡੀ ਜ਼ਿੰਮੇਵਾਰੀ ਮੇਰੀ। ਤੇ ਫਿਰ ਉਹਨਾਂ ਨੇ ਇੱਕ ਪ੍ਰੋਮਿਸ ਲਿਆ ਕਿ ਰਣਜੀਤ, ਜੇ ਤੇਰੇ 10ਵੀਂ ਵਿੱਚੋਂ ਤੇਰੇ ਤੇ ਤੇਰੀ ਸਿਸਟਰ ਦੇ 80% ਮਾਰਕਸ ਆਉਂਦੇ ਆ, ਤੇ ਫਿਰ ਤੁਹਾਡੀ ਸਾਰੀ ਸਟੱਡੀ ਦਾ ਖਰਚਾ ਮੈਂ ਚੁੱਕਾਂਗੀ। ਤੇ ਫਿਰ ਮੈਮ ਬਸ ਉਹਨਾਂ ਨੇ ਇੱਕ ਪ੍ਰੋਮਿਸ ਲਿਆ, ਤੇ ਇੱਕ ਪ੍ਰੋਮਿਸ ਅਸੀਂ ਉਹਨਾਂ ਨੂੰ ਦਿੱਤਾ। ਤੇ ਫਿਰ ਉਹਨਾਂ ਨੇ ਮੇਰੀ ਫਿਰ ਅਸੀਂ ਬਹੁਤ ਮਿਹਨਤ ਕੀਤੀ, ਦਿਨ ਰਾਤ ਇੱਕ ਕਰਕੇ ਅਸੀਂ 80% ਨੰਬਰ ਆ ਗਏ ਸਾਡੇ। ਤੇ ਇਹ ਸਾਰਾ ਬਸ ਮੈਂ ਇਹੀ ਕਹਾਂਗੀ, ਪ੍ਰਮਾਤਮਾ ਨੇ ਜਿਵੇਂ ਕਿਵੇਂ ਕੋਈ ਰਾਹ ਬਣਾ ਦਿੱਤਾ, ਜਿਵੇਂ ਮੇਰੇ ਲਈ। ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕੋਈ ਵੀ ਰਾਹ ਬਣਾਓ, ਪਰ ਉਹਨਾਂ ਨੇ ਇਹੀ ਵੀ 6 ਮਹੀਨਿਆਂ ਦੇ ਵਿੱਚ ਪ੍ਰਿੰਸੀਪਲ ਨਵੇਂ ਆ ਗਏ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਸਾਰੀ ਜ਼ਿੰਮੇਵਾਰੀ ਲੈ ਲਈ। ਫਿਰ 80% ਨੰਬਰ ਆ ਗਏ। ਫਿਰ ਘਰ ਦੇ ਬਾਹਰ ਨਹੀਂ ਸੀ ਭੇਜਣਾ ਚਾਹੁੰਦੇ, ਮਤਲਬ ਕਿ ਪਿੰਡ ਤੋਂ ਬਾਹਰ ਨਹੀਂ ਸੀ ਜਾਣ ਦੇਣਾ ਚਾਹੁੰਦੇ, ਕਿਉਂਕਿ 10ਵੀਂ ਤੱਕ ਸਕੂਲ ਸੀਗਾ ਪਿੰਡ ਵਿੱਚ। ਫਿਰ ਉਹਨਾਂ ਨੇ ਘਰ ਪਾਪਾ ਨਾਲ ਖੁਦ ਗੱਲ ਕੀਤੀ ਕਿ ਤੁਹਾਡੇ ਦੋਨਾਂ ਬੇਟੀਆਂ ਦੀ ਜ਼ਿੰਮੇਵਾਰੀ ਮੇਰੀ ਹੈ, ਤੇ ਤੁਸੀਂ ਇਹਨਾਂ ਨੂੰ ਪੜ੍ਹਾਓ, ਕਿਉਂ ਨਹੀਂ ਪੜ੍ਹਾਉਣਾ, ਜਦੋਂ ਮੈਂ ਜ਼ਿੰਮੇਵਾਰੀ ਚੱਕਦੀ ਪਈ ਹਾਂ, ਹਰ ਇੱਕ ਤਰ੍ਹਾਂ ਦਾ ਇਹਨਾਂ ਦਾ ਖਰਚਾ ਮੈਂ ਚੱਕਾਂਗੀ। ਫਿਰ ਡੈਡੀ ਵੀ ਚਲੋ ਮੰਨ ਗਏ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਪੀ ਪੈਨ ਤੋਂ ਲੈ ਕੇ ਵੈਨ ਫੀਸ, ਵਰਦੀਆਂ ਤੱਕ ਦਾ ਸਾਰਾ ਜ਼ਿੰਮੇਵਾਰੀ ਉਹਨਾਂ ਨੇ ਲਈ, ਮੇਰੀ ਤੇ ਮੇਰੀ ਸਿਸਟਰ ਦੀ। ਫਿਰ ਮੈਂ +1 ਵਿੱਚ ਸੀਗੀ, ਉਦੋਂ ਸਾਡੇ ਸਕੂਲ ਲੈਕਚਰ ਲੱਗਦੇ ਹੁੰਦੇ ਸੀਗੇ, ਸ੍ਰੀ ਸਹਿਜ ਪਾਠ ਜੀ ਦੇ, ਵੀਰ ਜੀ ਆਉਂਦੇ ਹੁੰਦੇ ਸੀਗੇ ਇੱਕ, ਤੇ ਉਹ ਹਰ ਮਹੀਨੇ ਬਾਅਦ ਲੈਕਚਰ ਲਗਾਉਂਦੇ ਹੁੰਦੇ ਸੀਗੇ। ਮੈਂ ਉਦੋਂ ਸਿਰਫ ਲੈਕਚਰ ਅਟੈਂਡ ਕਰਦੀ ਹੁੰਦੀ ਸੀ, ਮੈਂ ਪਾਠ ਨਹੀਂ ਸੀ ਕਰਦੀ। ਤੇ ਫਿਰ ਇੱਕ ਦਿਨ ਜਿਹੜੇ ਮੈਮ ਦੀ ਜ਼ਿੰਮੇਵਾਰੀ ਸੀ ਪੋਥੀ ਸਾਹਿਬ ਦੀ, ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਮੈਮ, ਮੈਂ ਕਰਨਾ ਚਾਹੁੰਦੀ ਹਾਂ, ਪਰ ਮੈਨੂੰ ਡਰ ਲੱਗਦਾ ਹੈ ਕਿ ਮੈਂ ਪਾਠ ਕਰਾਂਗੀ, ਜੇ ਮੈਂ ਨਾ ਕਰਾਂਗੀ, ਵਿੱਚੋਂ ਛੱਡ ਦਾਂਗੀ, ਤੇ ਪਤਾ ਨਹੀਂ ਕੀ ਹੋਏਗਾ, ਮੇਰੇ ਤੋਂ ਪਾਠ ਹੋਏਗਾ ਵੀ ਜਾਂ ਨਹੀਂ ਹੋਏਗਾ। ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਰਣਜੀਤ, ਕੋਈ ਗੱਲ ਨਹੀਂ, ਤੂੰ ਪਾਠ ਕਰ, ਤੂੰ ਸ਼ੁਰੂ ਤਾਂ ਕਰ, ਤੇਰੇ ਤੋਂ ਆਪਣੇ ਆਪ ਹੀ ਹੋਏਗਾ। ਦੇਖ, ਮੈਂ ਜਦੋਂ ਪਹਿਲੀ ਵਾਰੀ ਪਾਠ ਕੀਤਾ ਸੀਗਾ, ਮੈਂ 1 ਸਾਲ ਦੇ ਵਿੱਚ ਭੋਗ ਪਾਇਆ ਸੀ। ਤੇ ਫਿਰ ਉਹਨਾਂ ਦੀ ਇਹ ਗੱਲ ਸੁਣ ਕੇ ਫਿਰ ਮੈਂ ਕਿਹਾ ਚਲੋ ਮੈਂ ਵੀ ਕਰਦੀ ਹਾਂ ਹੌਲੀ ਹੌਲੀ, ਚਲੋ ਮੇਰੇ ਤੋਂ ਹੋਏਗਾ। ਫਿਰ ਮੈਂ ਪੋਥੀ ਸਾਹਿਬ ਲਈ ਸਕੂਲ ਤੋਂ ਹੀ, ਤੇ ਫਿਰ ਮੈਂ ਪਾਠ ਆਰੰਭ ਕੀਤਾ। ਤੇ ਉਸ ਤੋਂ ਬਾਅਦ ਜਦੋਂ ਮੈਂ 10th ਵਿੱਚ ਸੀਗੀ, ਜਦੋਂ ਮੈਂ ਪਾਠ ਨਹੀਂ ਸੀ ਕੀਤਾ, ਸ੍ਰੀ ਸਹਿਜ ਪਾਠ ਨਹੀਂ ਸੀ ਕਰਦੀ, ਉਹਦੇ ਵਿੱਚ ਮੇਰੇ ਵਿੱਚ ਇੰਨਾ ਜ਼ਿਆਦਾ ਗੁੱਸਾ ਹੁੰਦਾ ਸੀਗਾ ਕਿ ਜਦੋਂ ਮੈਂ ਸਕੂਲ ਕਿਸੇ ਫਰੈਂਡ ਨਾਲ ਗੱਲ ਕਰਨੀ, ਜਾਂ ਕਿਸੇ ਨੇ ਮੇਰੇ ਨਾਲ ਗੱਲ ਕਰਨੀ, ਮੈਂ ਹਰ ਇੱਕ ਨਾਲ ਲੜਾਈ ਲੈ ਲੈਂਦੀ ਹੁੰਦੀ ਸੀ। ਹਰ ਇੱਕ ਨਾਲ ਮੇਰੀ ਲੜਾਈ ਹੋਣੀ ਸਕੂਲ ਵਿੱਚ, ਮੈਨੂੰ ਕੋਈ ਸਿੱਧੇ ਮੂੰਹ ਬੁਲਾਉਂਦਾ ਨਹੀਂ ਸੀ ਹੁੰਦਾ, ਇਸੇ ਕਰਕੇ ਕਿ ਜੇ ਰਣਜੀਤ ਨਾਲ ਬੋਲਾਂਗੇ ਇਹਨੇ ਤਾਂ ਲੜ ਹੀ ਪੈਣਾ, ਗੱਲ ਨੂੰ ਪੈਂਦੀ ਹੈ।
ਹਮੇਸ਼ਾ ਚਿੜਚਿੜਾਪਨ, ਗੁੱਸਾ, ਨਿੱਕੀ-ਨਿੱਕੀ ਗੱਲ ਤੋਂ ਗੁੱਸਾ, ਹਰ ਇੱਕ ਨਾਲ ਲੜਨਾ, ਘਰ ਵੀ ਬਾਹਰ ਵੀ ਹਰ ਇੱਕ ਜਗ੍ਹਾ ਤੇ ਇਹੀ ਹਾਲ ਸੀ। ਉਸ ਤੋਂ ਬਾਅਦ ਜਦੋਂ ਮੈਂ ਪਾਠ ਆਰੰਭ ਕੀਤਾ, ਮੈਂ ਅਰਥਾਂ ਸਮੇਤ ਪਾਠ ਸ਼ੁਰੂ ਕੀਤਾ ਤੇ ਜਿਵੇਂ-ਜਿਵੇਂ ਮੈਂ ਅਰਥ ਪੜ੍ਹੇ, ਮੈਨੂੰ ਪਹਿਲਾਂ-ਪਹਿਲਾਂ ਲੱਗਾ ਕਿ ਹਾਏ ਮੈਂ ਬੋਝ ਜਿਹਾ ਲੈ ਲਿਆ ਸਿਰ ਤੇ, ਮੈਨੂੰ ਐਵੇਂ ਮੈਂ ਆਰੰਭ ਨਹੀਂ ਸੀ ਕਰਨਾ, ਮੈਂ ਹੁਣ ਵਿੱਚ ਛੱਡਾਂਗੀ। ਪਰ ਮੈਂ ਜਿਵੇਂ-ਜਿਵੇਂ ਪਾਠ ਕਰਨ ਲੱਗੀ, ਮੈਂ ਇੱਕ 2-2 ਅੰਗ ਕਰਨੇ, ਫਿਰ 3-3, ਫਿਰ ਹੌਲੀ-ਹੌਲੀ ਮੈਂ ਡੇਲੀ ਦਾ ਘੰਟਾ ਲਗਾਉਣਾ, ਕਦੀ-ਕਦੀ ਮੈਂ 25-25 ਅੰਗ ਅਰਥਾਂ ਸਮੇਤ ਕਰ ਲੈਣੇ ਇੱਕੋ ਟਾਈਮ। ਹੌਲੀ-ਹੌਲੀ ਜਿਵੇਂ ਮਤਲਬ ਕਿ ਆਪਣੇ ਆਪ ਹੀ ਮੈਂ ਨਾਲ ਜੁੜਦੀ ਗਈ, ਅਰਥ ਸਮਝਦੀ ਗਈ। ਐਂ ਲੱਗਣ ਲੱਗ ਪਿਆ ਵੀ ਜਿਵੇਂ ਨਾ ਮੈਂ ਪ੍ਰਮਾਤਮਾ ਨਾਲ ਗੱਲਾਂ ਕਰਦੀ ਪਈ ਹਾਂ। ਤੇ ਹੌਲੀ-ਹੌਲੀ ਜ਼ਿੰਦਗੀ 'ਚ ਇੰਨਾ 2 ਸਾਲਾਂ ਦੇ ਵਿੱਚ ਮੇਰੇ ਇੰਨਾ +1 +2 ਵਿੱਚ ਬਦਲਾਵ ਆ ਗਿਆ। ਸੁਭਾਅ ਵਿੱਚ ਬਹੁਤ ਹੀ ਬਦਲਾਵ ਆ ਗਿਆ। ਘਰ ਦੇ ਹੈਰਾਨ ਸੀ ਕਿ ਕਿਵੇਂ ਇੰਨੀ ਲੜਾਕੀ ਹੁੰਦੀ ਸੀ, ਹੁਣ ਇੰਨਾ ਮਿੱਠਾ ਹਰ ਇੱਕ ਨਾਲ ਬੋਲਦੀ ਹੈ, ਇੰਨੇ ਪਿਆਰ ਨਾਲ ਬੋਲਦੀ ਹੈ, ਪਤਾ ਨਹੀਂ ਇਹਨੂੰ ਹੋਇਆ ਕੀ, ਕਿਵੇਂ ਹੋਇਆ। ਤੇ ਜਿਹੜਾ ਵੀ ਮੇਰੇ ਤੋਂ ਇਹਦਾ ਕਾਰਨ ਪੁੱਛਦਾ, ਮੈਂ ਹਮੇਸ਼ਾ ਕਹਿੰਦੀ ਕਿ ਜ਼ਿੰਦਗੀ ਵਿੱਚ ਹੋਰ ਕੁਝ ਕਰੋ ਨਾ ਕਰੋ, ਪਰ ਜ਼ਿੰਦਗੀ ਵਿੱਚ ਇੱਕ ਵਾਰ ਇੱਕ ਸਹਿਜ ਪਾਠ ਅਰਥਾਂ ਸਮੇਤ ਜ਼ਰੂਰ ਕਰਨਾ, ਤੁਹਾਡੀ ਪੂਰੀ ਜ਼ਿੰਦਗੀ ਬਦਲ ਜਾਏਗੀ। ਮੇਰੇ ਤੋਂ ਬਹੁਤਿਆਂ ਨੇ ਹਮੇਸ਼ਾ ਪੁੱਛਿਆ ਤੇ ਮੈਂ ਇਹੀ ਕਿਹਾ ਕਿ ਬਸ ਇੱਕ ਪਾਠ ਜ਼ਿੰਦਗੀ ਵਿੱਚ ਸਹਿਜ ਪਾਠ ਜ਼ਰੂਰ ਕਰੋ, ਅਰਥਾਂ ਸਮੇਤ ਸਮਝ ਕੇ ਕਰੋਗੇ ਤੇ ਦੇਖਣਾ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਬਦਲਾਵ ਆਉਂਦੇ ਨੇ, ਪ੍ਰਮਾਤਮਾ ਤੁਹਾਡੀ ਕਿਵੇਂ ਗੱਲ ਸੁਣਦਾ ਹੈ, ਕਿਵੇਂ ਤੁਹਾਡੀ ਹਰ ਅਰਦਾਸ ਪੂਰੀ ਹੋਏਗੀ। ਤੇ ਬਸ ਉਸੇ ਤਰ੍ਹਾਂ ਮੇਰੀ ਜ਼ਿੰਦਗੀ 'ਚ ਬੜਾ ਬਦਲਾਵ ਆ ਗਿਆ। ਮੈਨੂੰ ਕੋਈ ਕੁਝ ਵੀ ਕਹਿੰਦਾ ਸੀ, ਮੈਂ ਵੀ ਮੇਰੀ ਪਿੱਠ ਦੇ ਪਿੱਛੇ ਕੋਈ ਬੋਲਦਾ ਸੀ ਜਾਂ ਕੋਈ ਮੈਨੂੰ ਆਣ ਕੇ ਕਹਿੰਦਾ ਸੀ ਕਿ ਰਣਜੀਤ ਤੇਰੇ ਬਾਰੇ ਕੋਈ ਐਂ ਬੋਲਦਾ ਹੈ, ਤੈਨੂੰ ਕੋਈ ਐਂ ਕਹਿੰਦਾ ਹੈ, ਜਾਂ ਕੁਝ ਵੀ ਗਾਲਾਂ ਮੂੰਹ ਤੇ ਕੱਢ ਕੇ ਚਲੇ ਜਾਂਦੇ ਸੀ। ਮੈਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ, ਮੈਂ ਕਹਿੰਦੀ ਹੁੰਦੀ ਸੀ ਚਲੋ ਕੋਈ ਨਹੀਂ, ਮੈਨੂੰ ਕੋਈ ਗਲਤ ਸਮਝਦਾ ਹੈ ਸਮਝੀ ਜਾਵੇ, ਮੈਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ। ਮੈਂ ਹਮੇਸ਼ਾ ਸਭ ਨੂੰ ਇੱਕ ਗੱਲ ਹੀ ਕਹਿੰਦੀ ਹੁੰਦੀ ਸੀ ਕਿ ਚਲੋ ਕੋਈ ਨਹੀਂ, ਪ੍ਰਮਾਤਮਾ ਦੇਖਦਾ ਹੈ, ਮੈਂ ਗਲਤ ਆ ਜਾਂ ਮੈਂ ਸਹੀ ਆ, ਮੇਰਾ ਪ੍ਰਮਾਤਮਾ, ਮੇਰਾ ਵਾਹਿਗੁਰੂ ਦੇਖਦਾ ਹੈ, ਮੈਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ। ਉਸ ਤੋਂ ਬਾਅਦ ਬਸ +2 ਵਿੱਚ ਫਿਰ ਉਸ ਤੋਂ ਬਾਅਦ ਮੇਰੇ 84% ਮਾਰਕਸ ਆ ਗਏ। ਉਸ ਤੋਂ ਬਾਅਦ ਫਿਰ ਅੱਗੇ ਦੀ ਸਟੱਡੀ ਦੀ ਗੱਲ ਹੋਈ ਤੇ ਸ਼ਹਿਰ ਕੋਈ ਭੇਜਣ ਲਈ ਤਿਆਰ ਨਹੀਂ ਸੀਗਾ। ਤੇ ਉਸ ਤੋਂ ਬਾਅਦ ਜਦੋਂ ਮੈਂ ਫਾਰਮ ਫਿਲ ਕੀਤੇ, ਮੈਂ ਘਰ ਗੱਲ ਕੀਤੀ +2 ਵਿੱਚ, ਮੈਂ ਕਿਹਾ ਡੈਡੀ ਮੈਂ ਫਾਰਮ ਫਿਲ ਕੀਤੇ ਨੇ, ਜੇ ਮੇਰੀ ਸਕਾਲਰਸ਼ਿਪ ਲੱਗ ਜਾਂਦੀ ਹੈ ਤੇ ਤੁਸੀਂ ਮੈਨੂੰ ਰੋਕੋਗੇ ਨਹੀਂ, ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ, ਮੈਂ ਘਰੇ ਨਹੀਂ ਬੈਠਣਾ, ਜੋ ਮਰਜ਼ੀ ਹੋ ਜਾਏ, ਮੈਂ ਪੜ੍ਹਨਾ ਹੀ ਪੜ੍ਹਨਾ ਹੈ। ਤੇ ਫਿਰ ਜਦੋਂ ਵੀ ਮੈਂ ਪਾਠ ਕਰਦੀ, ਮੈਂ ਸਵੇਰੇ ਸ਼ਾਮ ਪਾਠ ਕਰਦੀ ਤੇ ਉਦੋਂ ਮੈਂ 3 ਬਾਣੀਆਂ ਜਾਂ 4 ਬਾਣੀਆਂ ਦਾ ਸੁਬਹ ਪਾਠ ਕਰਦੀ ਸੀ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦੀ ਸੀ ਤੇ ਸ਼੍ਰੀ ਸਹਿਜ ਪਾਠ ਕਰਦੀ ਹੁੰਦੀ ਸੀ। ਤੇ ਮੈਂ ਹਮੇਸ਼ਾ ਇੱਕੋ ਹੀ ਅਰਦਾਸ ਕਰਦੀ ਸੀ, ਵਾਹਿਗੁਰੂ ਜੀ ਜਿਵੇਂ ਤੁਸੀਂ ਮੈਨੂੰ +2 ਕਰਵਾਈ ਹੈ ਨਾ, ਉਵੇਂ ਕੋਈ ਕਿਸੇ ਵੀ ਤਰ੍ਹਾਂ ਕਰੋ, ਪਰ ਮੈਂ ਸ਼ਹਿਰ ਪੜ੍ਹਨਾ ਹੈ, ਮੈਂ ਘਰੇ ਨਹੀਂ ਬੈਠਣਾ। ਕਿਉਂਕਿ ਉਸ ਤੋਂ ਬਾਅਦ ਕੀ ਹੋਣਾ ਸੀਗਾ, ਵਿਆਹ ਕਰ ਦੇਣਾ ਸੀ ਘਰਦਿਆਂ ਨੇ ਤੇ ਬਸ ਉਸ ਤੋਂ ਬਾਅਦ ਪੂਰੀ ਜ਼ਿੰਦਗੀ ਐਵੇਂ ਘਰ ਬੈਠ ਕੇ ਵਿਹਲੇ ਗੁਜ਼ਰ ਜਾਣੀ ਸੀ। ਪਰ ਮੈਂ ਨਹੀਂ ਸੀ ਘਰੇ ਬੈਠਣਾ ਚਾਹੁੰਦੀ ਤੇ ਫਿਰ ਮੈਂ ਹਮੇਸ਼ਾ ਜਦੋਂ ਪਾਠ ਕਰਨਾ, ਮੈਂ ਜਦੋਂ ਸ਼੍ਰੀ ਸਹਿਜ ਪਾਠ ਕਰਦੀ ਹੁੰਦੀ ਸੀ ਨਾ, ਮੈਨੂੰ ਉਦੋਂ ਬੜਾ ਰੋਣਾ ਆਉਂਦਾ ਹੁੰਦਾ ਸੀ ਤੇ ਮੈਂ ਖੁੱਲ ਕੇ ਰੋ ਲੈਂਦੀ ਹੁੰਦੀ ਸੀ। ਮੈਂ ਕਿਸੇ ਦੇ ਸਾਹਮਣੇ ਕਦੀ ਨਹੀਂ ਸੀ ਰੋਈ, ਪਰ ਮੈਂ ਜਦੋਂ ਪਾਠ ਕਰ ਰਹੀ ਸੀ, ਇਕੱਲੀ ਅੰਦਰ ਬੈਠੀ ਹੁੰਦੀ ਸੀ, ਮੈਂ ਬੜਾ ਰੋਂਦੀ ਹੁੰਦੀ ਸੀ। ਆਪਦੇ ਪੂਰੇ ਮਨ ਦੀ ਭੜਾਸ ਜਿਵੇਂ ਕਹਿ ਲਓ, ਮੈਂ ਕੱਢ ਲੈਂਦੀ ਹੁੰਦੀ ਸੀਗੀ। ਜਿਵੇਂ ਮੈਨੂੰ ਐਂ ਲੱਗਦਾ ਸੀ ਮੇਰਾ ਪ੍ਰਮਾਤਮਾ ਮੇਰੇ ਸਾਹਮਣੇ ਬੈਠਾ, ਮੇਰੀ ਹਰ ਇੱਕ ਗੱਲ ਸੁਣਦਾ ਪਿਆ ਤੇ ਮੈਂ ਹਰ ਇੱਕ ਗੱਲ ਉਹਨਾਂ ਨਾਲ ਸ਼ੇਅਰ ਕਰਦੀ ਸੀ ਤੇ ਮੈਂ ਰੋਂਦੀ ਸੀ ਤੇ ਮੈਨੂੰ ਐਂ ਲੱਗਦਾ ਸੀ ਮੇਰਾ ਮਨ ਹਲਕਾ ਹੋ ਜਾਂਦਾ ਸੀ ਹਰ ਰੋਜ਼। ਉਸ ਤੋਂ ਬਾਅਦ ਮੈਂ +2 ਵਿੱਚ ਵਧੀਆ ਮਾਰਕਸ ਆ ਗਏ ਤੇ ਉਸ ਤੋਂ ਬਾਅਦ ਫਿਰ ਮੈਂ ਅੱਗੇ ITI ਐਡਮਿਸ਼ਨ ਕਰਵਾ ਲਈ ਤੇ ਉਦੋਂ ITI ਦੇ ਵਿੱਚ ਮੇਰੀ ਸਕਾਲਰਸ਼ਿਪ ਸਟਾਰਟ ਹੋ ਗਈ ਤੇ ਮੈਨੂੰ ਘਰਦਿਆਂ ਨੇ ਨਹੀਂ ਰੋਕਿਆ, ਚਲੋ ਪੜ੍ਹਨ ਲਈ ਮੌਕਾ ਮਿਲ ਗਿਆ। ਤੇ ਉਸ ਤੋਂ ਬਾਅਦ ਜਦੋਂ ਫਿਰ ਮੈਂ ITI ਵਿੱਚ ਐਡਮਿਸ਼ਨ ਕਰਵਾਈ, ਉੱਥੇ 1 ਸਾਲ ਦਾ ਮੇਰਾ ਕੋਰਸ ਸੀਗਾ। ਮੇਰੀ ਸਾਰੀ ਉਦੋਂ ਸਕਾਲਰਸ਼ਿਪ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿੰਨੇ ਵੀ ਮੇਰਾ ਸਾਰਾ ਖਰਚਾ ਸੀਗਾ, ਸਾਰਾ ਉਹਨਾਂ ਨੇ ਉਠਾਇਆ ਤੇ ਮੈਨੂੰ ਕਾਫੀ ਹੈਲਪ ਹੋਈ ਮੇਰੀ ਸਟੱਡੀ ਦੇ ਵਿੱਚ। ਸ਼ਾਇਦ ਹੋ ਸਕਦਾ ਸੀਗਾ ਕਿ ਜੇ ਮੇਰੀ ਸਕਾਲਰਸ਼ਿਪ ਨਾ ਲੱਗਦੀ ਤੇ ਮੈਨੂੰ ਉਮੀਦ ਨਹੀਂ ਸੀ ਹੈਗੀ ਕਿ ਮੈਂ ਸਿਟੀ ਜਾਵਾਂਗੀ ਪੜ੍ਹਨ ਵਾਸਤੇ, ਪਰ ਪ੍ਰਮਾਤਮਾ ਨੇ ਮੇਰੇ ਲਈ ਫਿਰ ਇੱਕ ਰਾਹ ਖੋਲ ਦਿੱਤਾ। ਇੱਕ ਰਾਹ ਖੁੱਲ ਗਿਆ ਮੇਰੇ ਵਾਸਤੇ ਨਵਾਂ ਤੇ ਫਿਰ ਬੜੀਆਂ ਉਮੀਦਾਂ ਜਾਗੀਆਂ ਮੈਨੂੰ ਇਸ ਸਕਾਲਰਸ਼ਿਪ ਤੋਂ ਤੇ ਫਿਰ ਮੈਂ ITI ਕਰ ਲਈ। ਹੁਣ ਮੇਰੇ ਐਗਜ਼ਾਮ ਹਾਲੇ ਵੀ ਹੋਣੇ ਆ ਤੇ ਫਿਰ ਕੁਝ ਕੁ ਟਾਈਮ ਵਾਸਤੇ ਮੈਂ ਆਪਣੇ ਸਹੀ ਰਸਤੇ ਤੋਂ ਭਟਕ ਗਈ ਸੀ। ਮੈਂ ਕੁਝ ਗਲਤ ਕੰਮਾਂ ਵਿੱਚ ਪੈ ਗਈ ਤੇ ਕੁਝ ਗਲਤ ਸੋਚ ਮੇਰੀ ਹੋ ਗਈ। ਕਾਫੀ ਮਤਲਬ ਕਿ ਮੈਂ ਗਲਤ ਹੋ ਗਈ ਸੀਗੀ, ਮੇਰੀ ਸੋਚ ਗਲਤ ਹੋ ਗਈ ਸੀ। ਜੇ ਸੋਚ ਆਪਣੀ ਗਲਤ ਹੋਏਗੀ ਤੇ ਬੰਦਾ ਆਪਣੇ ਆਪ ਗਲਤ ਹੋ ਜਾਂਦਾ ਤੇ ਫਿਰ ਮੈਂ ਪਾਠ ਕਰਨਾ ਬਿਲਕੁਲ ਹੀ ਛੱਡ ਦਿੱਤਾ। ਮੈਂ ਕਾਫੀ ਟਾਈਮ 2, 2.5, 3 ਮਹੀਨੇ ਪਾਠ ਨਹੀਂ ਕੀਤਾ, ਬਿਲਕੁਲ ਹੀ ਨਹੀਂ ਕੀਤਾ, ਸਿਰਫ ਸਹਿਜ ਪਾਠ ਕਰਦੀ ਰਹੀ ਹਾਂ। ਉਸ ਤੋਂ ਇਲਾਵਾ ਮੈਂ ਜਪਜੀ ਸਾਹਿਬ ਦਾ ਨਿਤਨੇਮ ਸਾਰਾ ਕੁਝ ਛੱਡ ਦਿੱਤਾ, ਨਾ ਸ਼ਾਮ ਨੂੰ ਪਾਠ ਕਰਦੀ ਸੀ, ਸਾਰਾ ਕੁਝ ਛੱਡ ਦਿੱਤਾ, ਬਿਲਕੁਲ ਹੀ ਛੱਡ ਦਿੱਤਾ। ਤੇ ਪਰ ਉਹਦੀ ਸਜ਼ਾ ਵੀ ਮੈਨੂੰ ਜਿਵੇਂ ਕਹਿ ਲਓ ਕਿ ਮਿਲੀ। ਪ੍ਰਮਾਤਮਾ ਨੇ ਮਤਲਬ ਕਿ ਜਿਵੇਂ ਪਹਿਲਾਂ ਮੈਂ ਅਰਦਾਸ ਕਰਦੀ ਸੀ, ਮੈਂ ਸਾਰਾ ਕੁਝ ਕਰਨਾ ਹੀ ਜਦੋਂ ਛੱਡ ਦਿੱਤਾ, ਉਹਦੀ ਸਜ਼ਾ ਵੀ ਮਿਲਣੀ ਸੀ, ਮੇਰੀ ਗਲਤੀ ਸੀ। ਮੈਨੂੰ ਇੱਕ ਦਿਨ ਫੋਨ ਆਇਆ, ਉਸ ਤੋਂ ਬਾਅਦ ਹਾਲੇ ਪੇਪਰ ਨਹੀਂ ਹੋਏ ITI ਦੇ ਤੇ ਮੈਂ ਕਾਲਜ ਅੱਗੇ ਐਡਮਿਸ਼ਨ ਕਰਵਾਈ
ਤੇ ਫਿਰ ਲਾਸਟ ਮੀਟਿੰਗ ਸੀਗੀ ਗੁਰਦੁਆਰਾ ਸਾਹਿਬ ਤੇ ਮੈਨੂੰ ਕਾਲ ਆਈ ਕਿ ਮੇਰੀ ਸਕਾਲਰਸ਼ਿਪ ਬੰਦ ਹੋ ਰਹੀ ਹੈ। ਤੇ ਉਸ ਦਿਨ ਮੈਂ ਘਰ ਵੀ ਨਹੀਂ ਸੀ, ਉਦੋਂ ਮੈਂ ਸਿਟੀ ਤੋਂ ਬਾਹਰ ਸੀ। ਮੈਂ ਜਿੱਥੇ ਸੀ ਮਤਲਬ ਕਿ ਭੂਆ ਜੀ ਕੋਲ ਗਈ ਹੋਈ ਸੀ, ਮੈਂ ਇਕੱਲੀ ਸੀ। ਮੇਰੀ ਦੀਦੀ ਕਜ਼ਨ ਸਿਸਟਰ ਨੀਚੇ ਸੀਗੇ, ਮੈਂ ਛੱਤ ਤੇ ਚੜੀ ਸੀ। ਉੱਥੇ ਜਦੋਂ ਮੈਮ ਨਾਲ ਗੱਲ ਹੋਈ, ਆਫਿਸ ਤੋਂ ਫੋਨ ਆਇਆ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਸਕਾਲਰਸ਼ਿਪ ਬੰਦ ਹੋਈ ਹੈ, ਉਦੋਂ ਮੈਂ ਕਾਫੀ ਰੋਈ, ਬਹੁਤ ਜ਼ਿਆਦਾ ਰੋਈ। ਕਿ ਮੈਂ ਬਹੁਤ ਰਿਕੁਐਸਟ ਕੀਤੀ ਕਿ ਮੈਮ ਚਲੋ ਮੇਰੀ ਗਲਤੀ ਹੈ, ਮੈਂ ਮਾਫੀ ਚਾਹੁੰਦੀ ਹਾਂ, ਪਰ ਪਲੀਜ਼ ਮੇਰੀ ਸਕਾਲਰਸ਼ਿਪ ਨਾ ਬੰਦ ਕੀਤੀ ਜਾਵੇ। ਜਿੰਨੀ ਹੋ ਸਕਦੀ ਹੈ ਮੈਨੂੰ ਉਨੀ ਸਕਾਲਰਸ਼ਿਪ ਦਿੱਤੀ ਜਾਵੇ, ਵੀ ਜਿੰਨੀ ਵੀ ਮੇਰੀ ਹੈਲਪ ਹੋਏਗੀ ਤੁਹਾਡੇ ਵੱਲੋਂ ਮੇਰੇ ਲਈ ਉਨਾ ਹੀ ਬਹੁਤ ਹੋਏਗਾ। ਤੇ ਫਿਰ 2-3 ਦਿਨ ਗੱਲ ਹੁੰਦੀ ਰਹੀ ਪਰ ਕੁਝ ਨਹੀਂ ਬਣਿਆ। ਤੇ ਸਕਾਲਰਸ਼ਿਪ ਤੋਂ ਫਿਰ ਮੈਮ ਨੇ ਕਿਹਾ ਕਿ ਚਲੋ, ਮੈਂ ਮੰਮਾ ਨਾਲ ਗੱਲ ਕਰਵਾਈ ਤੇ ਮੈਮ ਨੇ ਕਿਹਾ ਚਲੋ ਅਸੀਂ ਇੱਕ ਵਾਰੀ ਡਿਸਕਸ ਕਰਕੇ ਦੱਸਾਂਗੇ। ਤੇ ਉਸ ਤੋਂ ਬਾਅਦ ਸਾਰੇ ਮੈਂਬਰਸ ਨਾਲ ਗੱਲ ਹੋਈ ਪਰ ਸਕਾਲਰਸ਼ਿਪ ਬੰਦ ਹੋ ਗਈ। ਫਿਰ ਮੈਂ ਆਪਣੇ ਵਾਈਸ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਬੰਦ ਹੋ ਗਈ, ਹੁਣ ਕੁਝ ਨਹੀਂ ਹੋ ਸਕਦਾ। ਤੇ ਫਿਰ ਮੈਂ ਕਿਹਾ ਚਲੋ, ਪਹਿਲਾਂ ਮੈਨੂੰ ਐਂ ਲੱਗਾ ਜਿਸ ਦਿਨ ਮੇਰੀ ਪਹਿਲੇ ਦਿਨ ਗੱਲ ਹੋਈ ਕਿ ਬੰਦ ਹੋ ਗਈ ਹੈ, ਮੈਨੂੰ ਲੱਗਾ ਕਿ ਮੇਰੇ ਨਾਲ ਗਲਤ ਹੋਇਆ ਹੈ। ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ, ਕਿਉਂਕਿ ਜੋ ਕੁਝ ਵੀ ਹੋਇਆ ਸੀ ਗਲਤ ਫਹਿਮੀਆਂ ਸੀ ਕਿ ਇਹਦੇ ਵਿੱਚ ਸਾਰੀ ਨਾ ਤੁਹਾਡੀ ਗਲਤੀ ਹੈ, ਮੇਰੀ ਕੋਈ ਗਲਤੀ ਨਹੀਂ, ਮੇਰੇ ਨਾਲ ਗਲਤ ਹੋਇਆ ਹੈ। ਮੇਰੇ ਦਿਲ ਵਿੱਚ ਪਹਿਲਾਂ ਇਹ ਗੱਲ ਆਈ। ਤੇ ਜਦੋਂ ਮੈਂ ਸ਼ਾਮ ਨੂੰ ਪਾਠ ਕਰਨ ਲੱਗੀ, ਉਦੋਂ ਗੁਰਬਾਣੀ ਵਿੱਚ ਇੱਕ ਪੰਕਤੀ ਆਈ, ਦੱਦੈ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਸੌਰੀ, ਦੱਦੈ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਤੇ ਉਦੋਂ ਮੈਨੂੰ ਫੀਲ ਹੋਇਆ ਕਿ ਨਹੀਂ, ਗਲਤੀ ਉਹਨਾਂ ਦੀ ਨਹੀਂ, ਗਲਤੀ ਮੇਰੀ ਹੈ। ਗਲਤੀ ਮੈਮ ਦੀ ਨਹੀਂ ਹੈ, ਕਿਸੇ ਹੋਰ ਮੈਂਬਰਸ ਦੀ ਨਹੀਂ, ਗਲਤੀ ਸਾਰੀ ਮੇਰੀ ਹੈ। ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਜੋ ਅਸੀਂ ਕਰਦੇ ਹਾਂ ਸਾਨੂੰ ਉਹ ਜੋ ਸਾਡੇ ਕਰਮ ਨੇ ਸਾਨੂੰ ਅਸੀਂ ਉਹੀ ਪਾਉਂਦੇ ਹਾਂ, ਉਹਦਾ ਫਲ ਸਾਨੂੰ ਉਹੀ ਮਿਲਦਾ। ਜੇ ਅਸੀਂ ਸਹੀ ਕਰਨੇ ਆ ਸਾਨੂੰ ਫਲ ਵਧੀਆ ਮਿਲਦਾ, ਜੇ ਅਸੀਂ ਗਲਤ ਕਰਨੇ ਆ ਤੇ ਸਾਨੂੰ ਫਿਰ ਉਹਦਾ ਫਲ ਵੀ ਉਵੇਂ ਦਾ ਹੀ ਮਿਲੇਗਾ। ਤੇ ਫਿਰ ਮੈਨੂੰ ਫੀਲ ਹੋਇਆ ਕਿ ਹਾਂ ਗਲਤੀ ਮੇਰੀ ਹੈ। ਤੇ ਗਲਤੀ ਮੇਰੀ ਇਹ ਸੀਗੀ ਕਿ ਜਦੋਂ ਮੈਂ ਐਡਮਿਸ਼ਨ ਕਰਵਾਈ, ਜੋ ਮੈਨੂੰ ਉੱਥੋਂ ਡਿਟੇਲ ਦਿੱਤੀ ਗਈ ਸੀਗੀ, ਮੈਂ ਉੱਦਾਂ ਹੀ ਉਸ ਜਿਸ ਦਿਨ ਲਾਸਟ ਮੀਟਿੰਗ ਸੀਗੀ ਉਸ ਦਿਨ ਹੀ ਐਡਮਿਸ਼ਨ ਕਰਵਾਈ। ਮੀਟਿੰਗ ਦਾ ਟਾਈਮ 10 ਤੋਂ 12 ਸੀਗਾ ਤੇ ਮੈਂ ਉੱਥੇ ਮੀਟਿੰਗ ਵਿੱਚ ਪਹੁੰਚੀ 1 ਵਜੇ ਦੇ ਕਰੀਬ, ਕਿਉਂਕਿ ਮੈਂ ਐਡਮਿਸ਼ਨ ਕਰਵਾਉਣੀ ਸੀ, ਉੱਥੇ ਕਾਫੀ ਟਾਈਮ ਲੱਗ ਗਿਆ। ਮੈਨੂੰ ਜੋ ਡਿਟੇਲ ਉੱਥੇ ਜਿਵੇਂ ਮਿਲੀ ਮੈਂ ਉਵੇਂ ਹੀ ਸਬਮਿਟ ਕਰਵਾ ਦਿੱਤੀ। ਮੈਂ ਦੇਖਿਆ ਨਹੀਂ ਕਿ ਉਹਦੇ ਉੱਪਰ ਕਿਹੜੀ ਫੀਸ ਹੈ, ਕਿਹੜੀ ਨਹੀਂ ਹੈ, ਤੇ ਮੈਂ ਉਵੇਂ ਉੱਥੇ ਸਬਮਿਟ ਕਰਵਾ ਦਿੱਤੀ। ਮੈਂ ਕੁਝ ਨਹੀਂ ਦੇਖਿਆ, ਫੋਟੋ ਸਟੇਟ ਕਰਵਾਈ, ਬਾਹਰੋਂ ਗੁਰਦੁਆਰੇ ਗਏ, ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਉੱਥੇ ਉਵੇਂ ਸਰ ਨੂੰ ਸਬਮਿਟ ਕਰਵਾ ਦਿੱਤੀ। ਤੇ ਉਸ ਤੋਂ ਬਾਅਦ ਮੇਰੀ ਗਲਤੀ ਇਹ ਸੀ ਕਿ ਮੈਂ ਪਹਿਲਾਂ ਕੁਝ ਵੀ ਕਨਫਰਮ ਨਹੀਂ ਕੀਤਾ। ਤੇ ਹੋਰ ਵੀ ਕੁਝ ਗਲਤੀਆਂ ਸੀਗੀਆਂ ਕਿ ਮੈਂ ਐਡਮਿਸ਼ਨ ਕਰਵਾਈ, ਮੇਰੇ ਵਾਸਤੇ EPP ਐਜੂਕੇਟ ਪੰਜਾਬ ਪ੍ਰੋਜੈਕਟ ਨੇ ਇੰਨਾ ਕੁਝ ਕੀਤਾ, ਮੈਂ ਇੱਕ ਵਾਰੀ ਵੀ ਉਹਨਾਂ ਤੋਂ ਸਲਾਹ ਨਹੀਂ ਲਈ ਕਿ ਮੈਮ ਮੈਨੂੰ ਅੱਗੇ ਕੀ ਕਰਨਾ ਚਾਹੀਦਾ, ਕਿਹੜੇ ਰਸਤੇ ਤੇ ਤੁਰਨਾ ਚਾਹੀਦਾ। ਮੈਂ ਉਹਨਾਂ ਤੋਂ ਬਿਨਾਂ ਪੁੱਛੇ ਦੱਸੇ ਐਡਮਿਸ਼ਨ ਕਰਵਾ ਲਈ। ਮੇਰੀ ਸਭ ਤੋਂ ਵੱਡੀ ਗਲਤੀ ਇਹ ਸੀ। ਦੂਸਰੀ ਕਿ ਮੈਂ ਫੀਸ ਡਿਟੇਲ ਕਨਫਰਮ ਨਹੀਂ ਕੀਤੀ। ਇਹ ਸਾਰੀਆਂ ਮੇਰੀਆਂ ਗਲਤੀਆਂ ਸੀਗੀਆਂ। ਤੇ ਉਸ ਤੋਂ ਬਾਅਦ ਫਿਰ ਚਲੋ ਬੰਦ ਹੋ ਗਈ ਸਕਾਲਰਸ਼ਿਪ। ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਪਰਮਾਤਮਾ ਇੱਕ ਰਾਹ ਬੰਦ ਕਰਦਾ ਹੈ ਤਾਂ 10 ਰਸਤੇ ਖੋਲਦਾ ਹੈ। ਚਲੋ ਮੇਰੀ ਗਲਤੀ ਸੀ ਵੀ ਤੇ ਨਹੀਂ ਵੀ ਸੀ, ਫਿਰ ਵੀ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵਾਰ-ਵਾਰ ਮਾਫੀ ਮੰਗਦੀ ਹਾਂ, ਹੱਥ ਜੋੜ ਕੇ ਮਾਫੀ ਮੰਗਦੀ ਹਾਂ। ਤੇ ਉਸ ਤੋਂ ਬਾਅਦ ਫਿਰ ਚਲੋ ਜਿਵੇਂ ਕਿਵੇਂ ਕਰਕੇ ਮੇਰੀ ਸਕਾਲਰਸ਼ਿਪ ਫਿਰ ਰੀਸਟਾਰਟ ਹੋ ਗਈ ਹੈ। ਤੇ ਹੁਣ ਮੈਂ ਸਿਰਫ ਇਹਦੇ ਵਿੱਚ ਇਹੀ ਕਹਾਂਗੀ ਕਿ ਜੋ ਕੀਤਾ ਪਰਮਾਤਮਾ ਨੇ ਮੇਰੇ ਲਈ ਬੜਾ ਸਹੀ ਕੀਤਾ। ਮੇਰੀ ਅੰਕਲ ਜੀ ਨਾਲ ਗੱਲ ਹੋਈ, ਉਹਨਾਂ ਨੇ ਮੈਨੂੰ ਦੁਬਾਰਾ ਤੋਂ ਫਿਰ ਪਾਠ ਨਾਲ ਜੋੜਿਆ ਤੇ ਪ੍ਰੋਮਿਸ ਕੀਤਾ ਕਿ ਬੱਚੇ ਜੇ ਤੂੰ ਪਾਠ ਕਰੇਂਗੀ ਤੇ ਤੈਨੂੰ ਸਭ ਕੁਝ ਮਿਲੇਗਾ। ਤੇ ਅੰਕਲ ਜੀ ਨਾਲ ਗੱਲ ਹੋਈ, ਮੇਰੀ ਸਕਾਲਰਸ਼ਿਪ ਰੀਸਟਾਰਟ ਹੋ ਗਈ। ਤੇ ਮੈਨੂੰ ਇੰਝ ਲੱਗਾ ਕਿ ਹਾਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਇਆ। ਜੋ ਮੈਂ ਅਰਦਾਸਾਂ ਕੀਤੀਆਂ ਮੈਨੂੰ ਉਹਦਾ ਫਲ ਦੁਬਾਰਾ ਫਿਰ ਮਿਲਿਆ। ਮੈਨੂੰ ਇੱਕ ਮੌਕਾ ਮਿਲਿਆ, ਜਿਵੇਂ ਜ਼ਿੰਦਗੀ ਵਿੱਚ ਕਹਿ ਲਓ ਗੋਲਡਨ ਚਾਂਸ, ਇੱਕ ਸੁਨਹਿਰੀ ਮੌਕਾ ਮਿਲਿਆ ਮੈਨੂੰ ਦੁਬਾਰਾ ਸਟੱਡੀ ਕਰਨ ਦਾ। ਸ਼ਾਇਦ ਮੈਂ ਘਰ ਵੀ ਗੱਲ ਨਹੀਂ ਸੀ ਕੀਤੀ ਕਿ ਮੇਰੀ ਸਕਾਲਰਸ਼ਿਪ ਬੰਦ ਹੋ ਗਈ ਹੈ, ਇਸੇ ਕਰਕੇ ਜੇ ਮੇਰੀ ਸਕਾਲਰਸ਼ਿਪ ਮੈਨੂੰ ਨਾ ਮਿਲਦੀ ਤਾਂ ਮੇਰੇ ਘਰਦਿਆਂ ਨੇ ਮੈਨੂੰ ਫਿਰ ਘਰੇ ਬਿਠਾ ਲੈਣਾ ਸੀਗਾ, ਪਰ ਮੈਂ ਘਰ ਨਹੀਂ ਗੱਲ ਕੀਤੀ। ਪਰਮਾਤਮਾ ਨੇ ਫਿਰ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਇਆ ਕਿ ਹਾਂ ਮੈਂ ਪਾਠ ਛੱਡ ਦਿੱਤਾ। ਉਹਦੀ ਕਿੱਡੀ ਵੱਡੀ ਮੈਨੂੰ ਗਲਤੀ ਦੀ ਸਜ਼ਾ ਮਿਲੀ ਕਿ ਮੇਰਾ ਸੁਪਨਾ ਸੀ ਜੋ ਉਹ ਹੁਣ ਸ਼ਾਇਦ ਪੂਰਾ ਨਹੀਂ ਹੋਏਗਾ, ਮੈਂ ਫਿਰ ਘਰੇ ਬੈਠ ਜਾਵਾਂਗੀ। ਮੈਂ ਅਰਦਾਸਾਂ ਕੀਤੀਆਂ ਤੇ ਪਰਮਾਤਮਾ ਨੇ ਫਿਰ ਇੱਕ ਚਾਂਸ ਦਿੱਤਾ। ਤੇ ਮੈਂ ਹੁਣ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਕਰਦਾ ਪਰਮਾਤਮਾ ਆਪਣੇ ਲਈ ਹਮੇਸ਼ਾ ਸਹੀ ਕਰਦਾ ਹੈ। ਆਪਾਂ ਨੂੰ ਕਦੀ ਵੀ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ। ਪਰਮਾਤਮਾ ਆਪਾਂ ਨੂੰ ਕਦੀ ਨਹੀਂ ਭੁੱਲਦਾ, ਪਰ ਆਪਾਂ ਪਰਮਾਤਮਾ ਨੂੰ ਹਮੇਸ਼ਾ ਭੁੱਲ ਜਾਂਦੇ ਹਾਂ। ਉਹ ਹਮੇਸ਼ਾ ਆਪਣੇ ਅੰਗ ਸੰਗ ਹੈ, ਉਹਨਾਂ ਦੇ ਭਾਣੇ ਵਿੱਚ ਰਹਿ ਕੇ ਆਪਾਂ ਨੂੰ ਸਾਰਾ ਕੁਝ ਕਰਨਾ ਚਾਹੀਦਾ ਹੈ। ਤੇ ਉਹਨਾਂ ਦੇ ਹਰ ਭਾਣੇ ਨੂੰ ਮਿੱਠਾ ਮੰਨ ਕੇ
ਅੱਗੇ ਵਧਣਾ ਚਾਹੀਦਾ ਹੈ। ਤੇ ਬਸ ਇੱਕ ਗੱਲ ਹੁੰਦੀ ਹੈ ਵਿਸ਼ਵਾਸ ਦੀ। ਸ਼ਾਇਦ ਹੋ ਸਕਦਾ ਮੇਰੇ ਤੋਂ ਵਿਸ਼ਵਾਸ ਵੀ ਉੱਠ ਗਿਆ ਹੋਏਗਾ, ਟੁੱਟ ਗਿਆ ਹੋਏਗਾ ਇੱਕ ਵਾਰੀ। ਤੇ ਪਰ ਵਿਸ਼ਵਾਸ ਇੱਕ ਐਵੇਂ ਦੀ ਕੱਚ ਵਰਗੀ ਚੀਜ਼ ਹੈ, ਜਿਹੜਾ ਇੱਕ ਵਾਰੀ ਟੁੱਟ ਜਾਂਦਾ ਦੁਬਾਰਾ ਨਹੀਂ ਜੁੜਦਾ। ਤੇ ਜੇ ਗੱਲ ਇਹ ਹੁੰਦੀ ਮੇਰੇ ਮਨ ਵਿੱਚ ਕਿ ਹਾਂ ਚਲੋ ਮੈਨੂੰ ਕਿਹੜਾ ਕੋਈ ਆਫਿਸ ਮੈਂਬਰ ਦੇਖ ਰਿਹਾ ਹੈ ਜੇ ਮੈਂ ਕੋਈ ਗਲਤੀ ਕਰ ਰਹੀ ਹਾਂ ਜਾਂ ਮੈਂ ਪਾਠ ਨਹੀਂ ਕਰਦੀ, ਮੈਂ ਉੱਥੇ ਕਹਿ ਦਿੰਦੀ ਹਾਂ ਕਿ ਹਾਂਜੀ ਮੈਂ ਪਾਠ ਕਰਦੀ ਹਾਂ। ਤੇ ਉਹਦੇ ਵਿੱਚ ਫਿਰ ਆਪਾਂ ਇਹ ਮਨ ਵਿੱਚ ਲੈ ਆਉਂਦੇ ਹਾਂ ਕਿ ਹਾਂ ਉਹ ਕੋਈ ਆਫਿਸ ਮੈਂਬਰ ਨਹੀਂ ਵੇਖ ਰਿਹਾ, ਜਾਂ ਆਪਾਂ ਜਿਹਨੂੰ ਕਹਿੰਦੇ ਹਾਂ ਕਿ ਹਾਂਜੀ ਅਸੀਂ ਇੰਨਾ ਪਾਠ ਕਰਦੇ ਹਾਂ, ਉਹ ਕਿਸੇ ਨੂੰ ਕੀ ਪਤਾ ਆਪਾਂ ਪਾਠ ਕਰਦੇ ਹਾਂ ਕਿ ਨਹੀਂ ਕਰਦੇ। ਪਰ ਪਰਮਾਤਮਾ ਹਰ ਪਲ ਆਪਾਂ ਨੂੰ ਦੇਖ ਰਿਹਾ ਹੈ ਕਿ ਆਪਾਂ ਪਾਠ ਕਰਦੇ ਹਾਂ ਕਿ ਨਹੀਂ ਕਰਦੇ। ਤੇ ਉਸ ਦੀ ਫਿਰ ਬਸ ਆਪਣੇ ਜੋ ਆਪਣੀ ਸੋਚ ਸੀਗੀ ਤੇ ਕੁਝ ਮੇਰੀਆਂ ਗਲਤੀਆਂ ਸੀਗੀਆਂ, ਉਹਨਾਂ ਵਾਸਤੇ ਮੈਂ ਇੱਕ ਵਾਰੀ ਫਿਰ ਤੋਂ ਸਾਰੇ ਸਟਾਫ ਮੈਂਬਰਸ, EPP ਮੈਂਬਰਸ ਸਾਰਿਆਂ ਤੋਂ ਮਾਫੀ ਮੰਗਦੀ ਹਾਂ ਕਿ ਚਲੋ ਮੈਨੂੰ ਤੇ ਤੁਹਾਡਾ ਬਹੁਤ 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 ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੱਕ ਚਾਂਸ ਦਿੱਤਾ ਅੱਗੇ ਵਧਣ ਦਾ। ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਮੇਰੀ ਗੱਲ ਸੁਣੀ ਤੇ ਮੈਨੂੰ ਇੱਕ ਮੌਕਾ ਦਿੱਤਾ। ਤੇ ਬਸ ਹੁਣ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਜ਼ਿੰਦਗੀ ਵਿੱਚ ਕਾਫੀ ਅੱਗੇ ਵਧ ਕੇ ਸਟੈਂਡ ਹੋ ਕੇ ਤੇ ਬਾਕੀ ਆਪਣੇ ਵਰਗੇ ਗਰੀਬਾਂ ਬੱਚਿਆਂ ਦੀ ਸਟੱਡੀ ਵਿੱਚ ਹੈਲਪ ਕਰਾਂਗੀ। ਮੈਂ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਜੌਬ ਲੱਗ ਗਈ ਨਾ, ਮੈਂ ਪਹਿਲੀ ਤਨਖਾਹ ਗੁਰਦੁਆਰਾ ਸਾਹਿਬ ਦੇ ਕੇ ਆਉਣੀ ਹੈ। ਤੇ ਫਿਰ ਇੱਕ ਦਿਨ ਜਦੋਂ ਮੈਨੂੰ ਮੇਰਾ ਹੀ ਮਹਿਸੂਸ ਹੋਇਆ ਕਿ ਹਾਏ ਮੈਂ ਇੰਨੀ ਗਰੀਬ ਹੋਣ ਕਰਕੇ ਸਟੱਡੀ ਨਹੀਂ ਕਰ ਸਕਦੀ, ਫਿਰ ਫੀਲ ਹੋਇਆ ਕਿ ਨਹੀਂ, ਗੁਰਦੁਆਰਾ ਸਾਹਿਬ ਨੂੰ ਤਾਂ ਲੋਕੀ ਪਹਿਲਾਂ ਹੀ ਭੇਟਾਂ ਬਹੁਤ ਕਰ ਰਹੇ ਨੇ, ਕਿਸ ਕੰਮ ਹੈ ਉਹ ਜਿਹੜੇ ਸੋਨਾ ਇੰਨਾ ਚੜਾ ਰਹੇ ਨੇ, ਕਿਸ ਕੰਮ ਹੈ। ਜਿਵੇਂ ਆਪਣੇ ਘਰੇ ਪੇਟੀ ਦਾ ਪਿਆ ਸ਼ਿੰਗਾਰ ਉਸੇ ਤਰ੍ਹਾਂ ਹੀ ਹੈ, ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਹਿੰਦੇ ਨੇ। ਫਿਰ ਮੈਂ ਪ੍ਰਣ ਕੀਤਾ ਕਿ ਨਹੀਂ, ਮੈਂ ਗੁਰਦੁਆਰਾ ਸਾਹਿਬ ਨਹੀਂ ਦੇ ਕੇ, ਮੈਂ ਪ੍ਰੋਮਿਸ ਕੀਤਾ ਕਿ ਮੈਂ ਆਪਣੀ ਪਹਿਲੀ ਕਮਾਈ ਨੂੰ ਕਿਸੇ ਗਰੀਬ ਬੱਚੇ ਦੀ ਸਟੱਡੀ ਤੇ ਲਾਵਾਂਗੀ, ਤੇ ਤਾਂ ਜੋ ਮੇਰੀ ਕਮਾਈ ਕਿਸੇ ਲੇਖੇ ਲੱਗ ਸਕੇ। ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਆਪ ਸਭ ਦੀ ਕਿ ਮੇਰੀ ਸਕਾਲਰਸ਼ਿਪ ਰੀਸਟਾਰਟ ਹੋਈ। ਅੰਕਲ ਜੀ ਦੀ ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੇ ਬਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਹਰ ਇੱਕ ਇਨਸਾਨ ਨੂੰ ਪ੍ਰੇਰਿਤ ਕਰੋ ਕਿ ਜ਼ਿੰਦਗੀ ਵਿੱਚ ਇੱਕ ਵਾਰ ਸਹਿਜ ਪਾਠ ਜ਼ਰੂਰ ਕਰੋ, ਦੇਖਣਾ ਫਿਰ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਬਦਲਾਵ ਆਉਂਦਾ, ਤੁਹਾਡੀ ਪੂਰੀ ਜ਼ਿੰਦਗੀ ਪਲਟ ਜਾਏਗੀ। ਬਸ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ। ਬਸ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।